नमस्कार, तुसीं देख रहे हो दैनिक सवेरा टीवी। मैं रजिंदर कौर। कैबिनेट मंत्री प्रगट सिंह ने कैप्टन अमरिंदर सिंह ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਕੈਪਟਨ ਸਿੱਧੂ ਨੂੰ ਛੱਡ ਕੇ ਉਹਨਾਂ ਦੇ ਖਿਲਾਫ ਚੋਣ ਲੜ ਲੈਣ। ਉਹਨਾਂ ਕਿਹਾ ਕਿ ਉਹ ਤਾਂ ਖਿਡਾਰੀ ਨੇ ਅਤੇ ਖੇਡਣਗੇ ਵੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਚੰਗੀ ਟੀਮ ਦੇ ਨਾਲ ਖੇਡਣਾ ਉਹਨਾਂ ਲਈ ਚੁਣੌਤੀਪੂਰਨ ਹੋਵੇਗਾ। ਦੱਸ ਦਈਏ ਕਿ ਪ੍ਰਗਟ ਸਿੰਘ ਪਹਿਲਾਂ ਵੀ ਕੈਪਟਨ ਦੇ ਖਿਲਾਫ ਬਿਆਨ ਦਿੰਦੇ ਰਹੇ ਨੇ ਅਤੇ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਹੁਣ ਲਈ ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਗਟ ਸਿੰਘ ਦਾ ਵੀ ਅਹਿਮ ਰੋਲ ਰਿਹਾ ਹੈ। पंजाब सरकार ਵੱਲੋਂ मेरा घर मेरा नाम ਸਕੀਮ ਤਹਿਤ ਲਾਲ ਲਕੀਰ ਅਧੀਨ ਆਉਂਦੇ ਘਰਾਂ 'ਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਿੰਡਾਂ ਤੱਕ ਹੀ ਸੀਮਤ ਸੀ, ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ। ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ। ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ ਹਾਂ। ਲੋਕਾਂ ਦੀ ਭਲਾਈ ਲਈ ਵਚਨਬੱਧ ਪੰਜਾਬ सरकार। कैप्टन अमरिंदर सिंह ने बोला है कि सिद्धू साहब जहां पे इलेक्शन लड़ेंगे वहां से मैं इलेक्शन लड़ूंगा, उस पे क्या कहना है? अच्छी बात है, ये मुद्दे नहीं है। सिद्धू साहब लड़े चाहे कैप्टन साहब लड़े, जो पंजाब के इश्यूज है मैं तो उनकी बात करता हूँ। तो जो ऐसे चैलेंज कर रहे हैं वो अब उन्होंने प्रेस कॉन्फ्रेंस में ही चैलेंज कर दिया। अच्छी बात है, अच्छी बात है, बहुत अच्छी बात है। आप डटे हुए मतलब मुकाबला नहीं, क्यों नहीं। देखो हम तो खिलाड़ी हैं, खेलना जानते हैं, खेलेंगे भी। अच्छी बात है और अच्छी टीम के अगेंस्ट खेलने में मजा आता है। चैलेंज सबकार है। नो डेफिनेटली, क्यों नहीं। सिद्धू ਨੂੰ ਹਰਾਉਣ ਵਾਸਤੇ ਮਤਲਬ ਕਿ ਕਹਿੰਦੇ ਹੁਣ ਮੈਂ ਖੁਦ ਉਤਰਾਂਗਾ ਕਿ नहीं, वो तो मैं उनको कहता हूँ कि मेरे अगेंस्ट आ जाए, जलंधर छौनी में आ जाए, तो उसमें क्या प्रॉब्लम है। ਵੱਧਦੇ ਅਗਲੀ ਖਬਰ ਦੇ ਵੱਲ। ਸੁਪਰੀਮ ਕੋਰਟ ਵੱਲੋਂ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੇ ਜ਼ਰੀਏ ਭਾਰਤੀ ਨਾਗਰਿਕਾਂ ਦੀ ਜਾਸੂਸੀ ਕਰਨ ਦੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰ.ਵੀ. ਰਵਿੰਦਰਨ ਕਰਨਗੇ, ਜਦਕਿ ਆਲੋਕ ਜੋਸ਼ੀ ਅਤੇ ਸੰਦੀਪ ਓਬਰਾਏ ਇਸ ਕਮੇਟੀ ਦਾ ਹਿੱਸਾ ਹੋਣਗੇ। ਸਾਈਬਰ ਸੁਰੱਖਿਆ, ਫੋਰੈਂਸਿਕ ਮਾਹਰ, ਆਈਟੀ ਅਤੇ ਤਕਨੀਕੀ ਮਾਹਰ ਇਸ ਕਮੇਟੀ ਦੇ ਨਾਲ ਜੁੜੇ ਹੋਣਗੇ। ਸੁਪਰੀਮ ਕੋਰਟ ਨੇ ਇਸ ਕਮੇਟੀ ਨੂੰ ਇਸ ਮਾਮਲੇ ਦੀ ਰਿਪੋਰਟ ਛੇਤੀ ਤਿਆਰ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਸੁਣਵਾਈ 2 ਮਹੀਨੇ ਬਾਅਦ ਸੂਚੀਬੱਧ ਕੀਤੀ ਗਈ ਹੈ। ਅਦਾਲਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਸ ਮਾਮਲੇ ਵਿੱਚ ਕੋਈ ਸਪਸ਼ਟ ਸਟੈਂਡ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ਕਿਸੇ ਦੀ ਵੀ ਜਾਸੂਸੀ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਸ ਦੇ ਸਬੰਧ ਵਿੱਚ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਜਨਤਕ ਕਰਨ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਹ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਹੈ। ਉਥੇ ਇਸ ਮਾਮਲੇ ਤੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਪੈਗਾਸਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ ਪਿਛਲੇ ਸੰਸਦ ਸੈਸ਼ਨ ਦੇ ਵਿੱਚ ਉਹਨਾਂ ਪੈਗਾਸਸ ਦਾ ਮੁੱਦਾ ਉਠਾਇਆ ਸੀ, ਜਿਸ ਨਾਲ ਸੰਸਦ 'ਚ ਰੁਕਾਵਟ ਪਈ ਸੀ, ਪਰ ਅੱਜ ਸੁਪਰੀਮ ਕੋਰਟ ਨੇ ਸਾਡੀ ਗੱਲ ਨੂੰ ਬਰਕਰਾਰ ਰੱਖਿਆ ਹੈ। ਰਾਹੁਲ ਨੇ ਕਿਹਾ ਹੈ ਕਿ ਪੈਗਾਸਸ ਦੇ ਆਧਾਰ ਤੇ ਕਰਨਾਟਕ 'ਚ ਸਰਕਾਰ ਨੂੰ ਸੁੱਟਿਆ ਗਿਆ। ਪੈਗਾਸਸ ਦੇਸ਼ ਦਾ ਇੱਕ ਵੱਡਾ ਹਮਲਾ ਹੈ। ਰਾਹੁਲ ਨੇ ਕੇਂਦਰ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਪੈਗਾਸਸ ਨੂੰ ਕਿਸਨੇ ਖਰੀਦਿਆ, ਇਸ ਨੂੰ ਭਾਰਤ ਵਿੱਚ ਕੌਣ ਲਿਆਇਆ, ਸਰਕਾਰ ਵਿੱਚ ਕਿਸਨੇ ਅਧਿਕਾਰਤ ਕੀਤਾ, ਇਸ ਨੂੰ ਟੈਪ ਕੀਤਾ ਗਿਆ ਸੀ। ਇਸ ਸੂਚੀ ਦੇ ਵਿੱਚ ਜਿਸ ਵਿੱਚ ਸੀਜੇਆਈ ਦਾ ਨਾਮ ਹੈ, ਵਿਰੋਧੀ ਧਿਰ ਦੇ ਨੇਤਾਵਾਂ ਦਾ ਨਾਮ ਸਨ ਅਤੇ ਅਖੀਰ ਵਿੱਚ ਅਸੀਂ ਪੁੱਛਿਆ ਕਿ ਇਹ ਡੇਟਾ ਕਿਸ ਦੇ ਨਾਮ ਹੈ, ਕੀ ਕਿਸੇ ਹੋਰ ਦੇਸ਼ ਕੋਲ ਇਹ ਹੈ। ਪੀਐਮ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਕਿਸੇ ਹੋਰ ਦੇਸ਼ ਨਾਲ ਮਿਲ ਕੇ ਦੇਸ਼ ਤੇ ਹਮਲਾ ਕੀਤਾ ਹੈ ਤਾਂ ਅਸੀਂ ਪੀਐਮ ਤੋਂ ਇਹ ਵੀ ਸੁਣਨਾ ਚਾਹਾਂਗੇ ਕਿ ਇਹ ਗੈਰ ਕਾਨੂੰਨੀ ਹੈ। पार्लियामेंट के सेशन में हमने पेगासस का मुद्दा उठाया था। पेगासस देश पर, देश के इंस्टीट्यूशंस पर एक आक्रमण है, अटैक है, और हमने 3 सवाल पूछे थे। पेगासस को किसने खरीदा, क्योंकि पेगासस को कोई प्राइवेट पार्टी, इंडिविजुअल नहीं खरीद सकता है, पेगासस को सरकार ही खरीद सकती है, ये एक हथियार है। और हमने पूछा था सरकार में ऑथराइजेशन किसने दी, साइन ऑफ किसने किया। दूसरा हमारा सवाल था कि पेगासस किन किन लोगों पर डाला गया था, किन लोगों की टैपिंग की गई थी, किन के फोन्स इन्फेक्ट किए गए थे, क्योंकि एक लिस्ट है जिसमें चीफ जस्टिस का नाम है, सीईसी का नाम है, ऑपोजिशन के नेताओं का नाम है, बीजेपी के मंत्रियों का, एमपीज का नाम है, बहुत सारे एक्टिविस्ट का नाम है। तो हमने पूछा ये किन लोगों पर यूटिलाइज किया गया था। और आखिरी सवाल जो बहुत जरूरी सवाल है, क्या पेगासस का डेटा किसी और देश के पास भी था या सिर्फ
हिंदुस्तान की सरकार के पास। जवाब नहीं मिला, हमने पार्लियामेंट रोका, जॉइंटली विपक्ष मिलकर एक साथ खड़ा हुआ और हमने पार्लियामेंट को रोका। उस समय आपने भी कहा कि देखिए सरकार पार्लियामेंट चला रही है, कांग्रेस पार्टी और विपक्ष क्यों रोक रहे हैं। हमने इसलिए रोका क्योंकि ये हमारे देश पर आक्रमण है, हमारे लोकतंत्र पर आक्रमण है और हमारी जो वाइब्रेंट डेमोक्रेसी है उसको नष्ट करने का अटेम्प्ट है। इन द कोर्ट का मैटर है तो वो इंक्वायरी हो रही है, बट हम चाहेंगे पार्लियामेंट में इसका डिस्कशन हो। और देखिए ये पेगासस जो है ये या प्राइम मिनिस्टर ने ऑर्डर किया है या फिर होम मिनिस्टर ने ऑर्डर किया है, ये कोई दूसरा व्यक्ति ऑर्डर नहीं कर सकता है। और अगर प्रधानमंत्री ने हमारे ही देश पर किसी और देश से मिलकर आक्रमण किया है तो फिर इस पे प्रधानमंत्री की व्यू हम सुनना चाहते हैं। क्या उन्होंने किया है, और अगर किया है तो क्यों किया है? क्योंकि अगर हम लीगली देखें तो पेगासस इज इलीगल। इट इज नॉट लीगल इन इंडिया टू डू स्नूपिंग यूजिंग पेगासस। So we would like to know why the Prime Minister is doing an illegal act. He's not above the nation. He's not above the institutions. Was this information that was coming, जो ये Pegasus से जो डेटा मिल रहा था, इसमें चीफ मिनिस्टर्स थे, फॉर्मर प्राइम मिनिस्टर्स थे, क्या ये जो डेटा आ रहा था ये क्या प्रधानमंत्री को मिल रहा था? ये क्या होम मिनिस्टर को दिया जा रहा था? ये हम जानना चाहते हैं, क्योंकि अगर इलेक्शन कमीशन का जो फोन है, जो टैप हो रहा है, अगर उसका डेटा प्रधानमंत्री को जा रहा है, अगर सीसी का डेटा, ऑपोजिशन लीडर्स का डेटा प्रधानमंत्री को जाए, दिस इज अ क्रिमिनल एक्ट। देयर इज नो अदर वे ऑफ पुटिंग दिस, सो वी विल फॉलो दैट आल्सो। ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਦੇ ਮੁੱਦੇ ਅਤੇ ਕਿਸਾਨੀ ਅੰਦੋਲਨ ਖਤਮ ਕਰਨ ਲਈ ਸਰਗਰਮ ਹੋ ਗਏ ਨੇ। ਇਸ ਮਾਮਲੇ ਨੂੰ ਲੈ ਕੇ ਕੈਪਟਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ 20 ਤੋਂ 25 ਲੋਕਾਂ ਦਾ ਇੱਕ ਵਫਦ ਵੀ ਜਾਵੇਗਾ। ਇਸ ਮੁਲਾਕਾਤ ਵਿੱਚ ਕੈਪਟਨ ਅਮਿਤ ਸ਼ਾਹ ਦੇ ਨਾਲ ਖੇਤੀ ਕਾਨੂੰਨ ਰੱਦ ਕਰਨ ਜਾਂ ਫਿਰ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਲਈ ਸਲਾਹ ਮਸ਼ਵਰਾ ਕਰਨਗੇ, ਤਾਂ ਜੋ 2022 ਦੀਆਂ ਚੋਣਾਂ ਦੇ ਵਿੱਚ ਇਸ ਭਾਰਤੀ ਜਨਤਾ ਪਾਰਟੀ ਦੇ ਨਾਲ समझौता किया जा सके। कैप्टन पहले ही कह चुके ने जेकर किसानी अंदोलन खत्म हो जाता है तो भाजपा दे नाल समझौता कर सकते हैं। पंजाब के साबका मुख मंत्री कैप्टन अमरिंदर सिंह और सूबा कांग्रेस प्रधान नवजोत सिंह सिद्धू विचाले एक बार फिर ट्विटर जंग छिड़ गई है। सिद्धू ने ट्वीट करके कैप्टन ते निशाना साधिया सी, जिस तो बाद जवाब च कैप्टन ने एक तो बाद एक ट्वीट करते हुए सिद्धू नूं घेरिया। कैप्टन ने ट्वीट विच लिखिया है कि जेकर बैलेट पेपर ते मेरा नाम होण नाल 856 वोटां मिल सकदियां ने तां जेकर मैं असल विच हुंदा तां किन्नियां वोटां मिलणीआं सन, इस बारे दस्सण दी लोड़ नहीं। कैप्टन ने सिद्धू नूं तंज कसदिया कहा कि तुसीं सारा दिन मेरे ते हमला करके अपना समा बर्बाद दी बजाए अपने काम ते ध्यान क्यों नहीं दिंदे। रुक करते अगली खबर दे वाल। आम आदमी पार्टी के विधायक हरपाल चीमा ने कांग्रेस ने कैप्टन ते पंजाब नूं बर्बाद करने के दोष लगाए। चीमा ने कहा कि कांग्रेस ने कैप्टन नूं मुख मंत्री की गद्दी तो ला के साबित कर दिता है कि कांग्रेस सूबे की जनता नाल कीता एक भी वादा पूरा नहीं किया। कैप्टन हुण प्रेस वार्ता करके झूठे बोल रहे ने कि 92% वादे पूरे कर दिते गए ने। उन्होंने कहा कि पंजाब के बेरोजगारां नूं कोई रोजगार नहीं मिलिया, ना ही किसी वर्ग नूं बनदियां सहूलतां दित्तियां गईयां ते ना ही सूबे विचों नशा ते माफिया राज खत्म होया। उन्होंने कहा कि श्री गुरु ग्रंथ साहिब की बेअदबी करने वाले दोषियों को अजे तक सजा नहीं मिली अते नाल ही लोकां नूं इंसाफ मिलिया है। कांग्रेस ने एक भी काम नहीं किया अते हुण कैप्टन नूं जिम्मेवार बना के अपने आप नूं बचाउणा चाहुंदे ने। कैप्टन भी वखरी पार्टी बना के सियासी जमीन पैदा करने लई झूठ बोल रहे ने। कैप्टन साहब ने कांग्रेस पार्टी ने गद्दी तो ला के मुख मंत्री तो अहुदे तो हटा के ये साबित किया गया कि पंजाब विच एक भी वादा कैप्टन साहब ने पूरा नहीं किया। हुण कैप्टन साहब जिन्ने मर्जी झूठ के अंकड़े पेश करी जाण, पर लेकिन सच्चाई ये आ कि 4.5 सालों में कैप्टन साहब ने अपने फार्म हाउस से रह के ऐशप्रस्ती की है, एक भी काम नहीं किया हैगा। ना पंजाब के लोगों को रोजगार मिलिया, ना किसान का कर्जा माफ होया,
ਨਾ ਪੰਜਾਬ ਦੇ ਦਲਿਤ ਲੋਕਾਂ ਨੂੰ, ਗਰੀਬ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਮਿਲੀਆਂ, ਨਾ ਪੰਜਾਬ ਵਿੱਚੋਂ ਮਾਫੀਆ ਰਾਜ ਦਾ ਖਾਤਮਾ ਹੋਇਆ, ਨਾ ਗੁਰੂ ਗ੍ਰੰਥ ਸਾਹਿਬ ਦੀ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਨਾ ਉਹਨਾਂ ਨੂੰ ਸਜ਼ਾ ਮਿਲੀ, ਨਾ ਪੰਜਾਬ ਨੂੰ ਇਨਸਾਫ ਮਿਲਿਆ, ਨਾ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਹੋਇਆ। ਜਿੰਨੇ ਵਾਅਦੇ ਕਰਕੇ ਕਾਂਗਰਸ ਪਾਰਟੀ ਸੱਤਾ 'ਚ ਆਈ ਸੀ, ਇੱਕ ਵੀ ਵਾਅਦਾ ਕੈਪਟਨ ਸਾਹਿਬ ਦੀ ਸਰਕਾਰ ਨੇ, ਕਾਂਗਰਸ ਪਾਰਟੀ ਸਰਕਾਰ ਨੇ ਪੂਰਾ ਨਹੀਂ ਕੀਤਾ। ਔਰ ਇਸ ਗੱਲ ਦਾ ਪ੍ਰਤੱਖ ਸਬੂਤ ਇਹ ਆ ਕਿ ਕਾਂਗਰਸ ਪਾਰਟੀ ਨੂੰ ਮਜਬੂਰੀ 'ਚ ਆ ਕੇ ਆਪਣਾ ਮੁੱਖ ਮੰਤਰੀ ਬਦਲਣਾ ਪਿਆ। ਹੁਣ ਜਿੰਨੀਆਂ ਮਰਜ਼ੀ ਸਫਾਈਆਂ ਕੈਪਟਨ ਸਾਹਿਬ ਦਿੰਦੇ ਰਹਿਣ, ਪਰ ਲੇਕਿਨ ਗਰਾਊਂਡ ਤੇ ਲੋਕਾਂ ਨੂੰ ਪਤਾ ਗਾ ਕਿ ਕਾਂਗਰਸ ਪਾਰਟੀ ਨੇ, ਕੈਪਟਨ ਸਾਹਿਬ ਨੇ ਇੱਕ ਵੀ ਕੰਮ ਨਹੀਂ ਕੀਤਾ। ਹੁਣ ਕਾਂਗਰਸ ਪਾਰਟੀ ਆਪਣੇ ਆਪ ਨੂੰ ਆਪਣੀ ਲਾਇਬਿਲਿਟੀ ਤੋਂ ਬਚਣਾ ਚਾਹੁੰਦੀ ਆ, ਆਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਆ, ਤਾਂ ਹੀ ਕੈਪਟਨ ਸਾਹਿਬ ਨੂੰ ਲਾਂਭੇ ਕੀਤਾ ਗਾ। ਸੋ ਕੈਪਟਨ ਸਾਹਿਬ ਆਪਣੀ ਸਿਆਸੀ ਖੋਈ ਹੋਈ ਜ਼ਮੀਨ ਹਾਸਲ ਕਰਨਾ ਚਾਹੁੰਦੇ ਨੇ, ਤਾਂ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰ ਰਹੇ ਨੇਗੇ। ਪਰ ਅਸਲੀਅਤ ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਕਾਂਗਰਸ ਪਾਰਟੀ ਨੇ 2017 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਬਰਬਾਦ ਕੀਤਾ ਗਾ। ਕੈਪਟਨ ਸਾਹਿਬ ਦੀ ਅਗਵਾਈ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੋਵੇ, ਪੰਜਾਬ ਤੇ ਲਗਾਤਾਰ ਕਰਜ਼ਾ ਵਧਿਆ ਗਾ। ਲਗਭਗ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਸਰਕਾਰ ਤੇ ਇੰਨਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਦੌਰਾਨ ਵੱਧ ਗਿਆ। ਸੋ ਇਸੇ ਗੱਲ ਦਾ ਸਬੂਤ ਆ ਕਿ ਪੰਜਾਬ ਵਿੱਚ ਕੱਖ ਵੀ ਨਹੀਂ ਹੋਇਆ ਹੈਗਾ। ਚੀਮਾ ਸਾਹਿਬ, ਇੱਕ ਹੋਰ ਗੱਲ ਕੀਤੀ, ਜਿਸ ਟਾਈਮ 2017 'ਚ ਜਦੋਂ ਸਰਕਾਰ ਬਣੀ ਸੀ, ਇਲੈਕਸ਼ਨ ਹੋਏ ਸੀ, ਤਾਂ ਬੇਅਦਬੀ ਜਿਹੜਾ ਸੀਗਾ ਇੱਕ ਬਹੁਤ ਵੱਡਾ ਮੁੱਦਾ ਸੀਗਾ, ਔਰ ਕੈਪਟਨ ਸਰਕਾਰ ਨੇ ਕਿਹਾ ਸੀਗਾ ਵੀ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਤੇ 4.5 ਸਾਲ ਵੀ ਬੇਅਦਬੀ ਵਾਲਾ ਮੁੱਦਾ ਬਾਰ-ਬਾਰ ਉੱਠਦਾ ਰਿਹਾ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਫਾਈ ਦਿੱਤੀ ਹੈ ਵੀ ਜਿਹੜਾ ਇਹ ਮੁੱਦਾ ਸੀਗਾ ਇਸ 'ਚ ਕੋਰਟ ਦੇ ਵਿੱਚ ਆ, ਤੇ ਉਸ 'ਚ ਜਿਹੜਾ ਐਜ਼ ਏ ਸੀਐਮ ਰਹਿੰਦੇ ਹੋਏ ਉਹ ਕੁਝ ਨਹੀਂ ਕਰ ਸਕਦੇ ਸੀਗੇ। ਦੇਖੋ, ਜਾਂਚ ਏਜੰਸੀਆਂ ਨੂੰ ਕਿਹਨੇ ਬਦਲਿਆ ਸੀਗਾ? ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿਹਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਤੁਹਾਨੂੰ 3 ਮਹੀਨਿਆਂ 'ਚ ਇਨਸਾਫ ਦੇ ਦਿਆਂਗੇ, 4 ਮਹੀਨਿਆਂ 'ਚ ਇਨਸਾਫ ਦੇ ਦਿਆਂਗੇ? ਕੈਪਟਨ ਸਾਹਿਬ ਨੇ ਕੀਤਾ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਦੀ ਵਿਧਾਨ ਸਭਾ 'ਚ ਟੇਬਲ ਹੋਈ ਸੀ, ਉਸ ਦਿਨ ਕੈਪਟਨ ਸਾਹਿਬ ਨੇ ਬੜੇ ਐਲਾਨ ਕੀਤੇ ਸੀਗੇ, ਨਵਜੋਤ ਸਿੰਘ ਸਿੱਧੂ ਨੇ ਬੜੇ ਐਲਾਨ ਕੀਤੇ ਸੀ, ਸੁਖਜਿੰਦਰ ਰੰਧਾਵੇ ਨੇ ਬੜੇ ਐਲਾਨ ਕੀਤੇ ਸੀਗੇ। ਅੱਜ ਉਹ ਸਾਰੇ ਐਲਾਨ ਜਿਹੜੇ ਨੇਗੇ ਇਹਨਾਂ ਨੇ ਰੱਦੀ ਟੋਕਰੀ ਸਿੱਟ ਤੇ। ਅੱਜ ਇੱਕ ਵੀ ਐਲਾਨ ਤੇ ਨਹੀਂ ਖੜੇ ਹੋਏ ਹੈਗੇ, ਚਾਹੇ ਉਹ ਰੰਧਾਵਾ ਸਾਹਿਬ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਕੈਪਟਨ ਸਾਹਿਬ ਹੋਣ। ਸੋ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਸੀ, ਉਹਨਾਂ ਲੋਕਾਂ ਨੂੰ ਕਾਂਗਰਸ ਪਾਰਟੀ ਬਚਾ ਰਹੀ ਆ। ਉਹਨਾਂ ਲੋਕਾਂ ਨੂੰ ਪਹਿਲਾਂ ਕੈਪਟਨ ਸਾਹਿਬ ਨੇ ਬਚਾਇਆ, ਅੱਜ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਬਚਾ ਰਹੇ ਨੇਗੇ, ਕਿਉਂਕਿ ਕਾਂਗਰਸ ਪਾਰਟੀ ਦਾ ਅੰਦਰੂਨੀ ਗੱਠਜੋੜ ਜਿਹੜਾ ਹੈਗਾ ਉਹ ਅਕਾਲੀ ਦਲ ਨਾਲ ਹੋਇਆ। ਪਹਿਲਾਂ ਬਾਦਲ ਪਰਿਵਾਰ ਦਾ ਕੈਪਟਨ ਪਰਿਵਾਰ ਨਾਲ ਹੋਇਆ ਸੀਗਾ, ਹੁਣ ਉਹੀ ਗੱਠਜੋੜ ਜਿਹੜਾ ਹੈਗਾ ਅੱਗੇ ਕੈਰੀ ਔਨ ਚੰਨੀ ਸਾਹਿਬ ਨੇ, ਨਵਜੋਤ ਸਿੰਘ ਸਿੱਧੂ ਨੇ, ਸੁਖਜਿੰਦਰ ਰੰਧਾਵੇ ਨੇ ਕਰ ਲਿਆ। ਮੈਂ ਸਮਝਦਾ ਇਹਨਾਂ ਦੇ ਸਮਿਆਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਆਸ ਨਹੀਂ ਹੈਗੀ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਇਹਨਾਂ ਤੋਂ ਇਨਸਾਫ ਮਿਲੂਗਾ, ਕਿਉਂਕਿ ਸਾਰੇ ਇਹ ਰਲੇ ਵੇਲੇ ਨੇ। ਇਸ ਤੋਂ ਇਲਾਵਾ ਕੈਪਟਨ ਵੱਲੋਂ ਅਮਿਤ ਸ਼ਾਹ ਨੂੰ ਮਿਲਣ ਤੇ ਚੀਮਾ ਨੇ ਕਿਹਾ ਕਿ ਕੈਪਟਨ ਜਦੋਂ ਮੁੱਖ ਮੰਤਰੀ ਸਨ ਤਾਂ ਕਿਸਾਨੀ ਅੰਦੋਲਨ ਯਾਦ ਨਹੀਂ ਆਇਆ, ਹੁਣ ਵਾਰ-ਵਾਰ ਅਮਿਤ ਸ਼ਾਹ ਨੂੰ ਮਿਲਦੇ ਨੇ। ਉਹਨਾਂ ਕਿਹਾ ਕਿ ਕੈਪਟਨ ਲਗਾਤਾਰ ਕੇਂਦਰ ਸਰਕਾਰ ਦੀ ਬੋਲੀ ਬੋਲਦੇ ਰਹੇ, ਗੱਦੀ ਤੋਂ ਲੈ ਜਾਣ ਤੋਂ ਬਾਅਦ ਦਾਅਵਾ ਕਰ ਰਹੇ ਨੇ ਕਿ ਉਹ ਖੇਤੀ ਕਾਨੂੰਨਾਂ ਦੇ ਲਈ ਕੇਂਦਰ ਨਾਲ ਸਮਝੌਤਾ ਕਰ ਲੈਣਗੇ। ਇੱਥੇ ਉਹ ਇਹ ਸਾਬਿਤ ਹੁੰਦਾ ਕਿ ਕੈਪਟਨ ਪੰਜਾਬ ਵਿੱਚ ਬਤੌਰ ਮੁੱਖ ਮੰਤਰੀ ਭਾਜਪਾ ਲਈ ਕੰਮ ਕਰਦੇ ਰਹੇ ਸਨ। ਉਹਨਾਂ ਕਿਹਾ ਕਿ ਖੇਤੀ ਦੇ ਕਾਲੀ ਕਾਨੂੰਨ ਲਿਆਉਣ ਵਾਲੇ ਭਾਜਪਾ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਦਲ ਵੀ ਜ਼ਿੰਮੇਵਾਰ ਹੈ। ਇਸ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਕਿੰਨਾ ਅਰਸਾ ਹੋ ਗਿਆ? ਕੈਪਟਨ ਸਾਹਿਬ ਨੇ ਜਦੋਂ ਮੁੱਖ ਮੰਤਰੀ ਸੀ ਉਦੋਂ ਕੋਈ ਵੀ ਸਟੈਪ ਨਹੀਂ ਲਿਆ ਹੈਗਾ, ਇੱਕ ਵਾਰ ਵੀ ਕੇਂਦਰ ਸਰਕਾਰ ਨਾਲ ਗੱਲ ਨਹੀਂ ਕੀਤੀ। ਆਲ ਪਾਰਟੀ ਮੀਟਿੰਗ ਦੇ ਵਿੱਚ ਕਮਿਟਮੈਂਟ ਕੀਤੀ, ਆਲ ਪਾਰਟੀ ਮੀਟਿੰਗ ਦੇ ਵਿੱਚ ਰੈਜੂਲੇਸ਼ਨ ਪਾਸ ਹੋਇਆ ਕਿ ਹਾਂ ਕੈਪਟਨ ਸਾਹਿਬ ਇੱਕ ਡੈਲੀਗੇਸ਼ਨ ਲੈ ਕੇ ਜਾਣਗੇ, ਸਾਰੀਆਂ ਪਾਰਟੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੂਗਾ, ਪਰ ਲੇਕਿਨ ਨਹੀਂ ਲੈ ਕੇ ਗਏ। ਲਗਾਤਾਰ ਕੇਂਦਰ ਸਰਕਾਰ ਦੀ ਬੋਲੀ ਜਿਹੜੀ ਆ ਕੈਪਟਨ ਸਾਹਿਬ ਬੋਲਦੇ ਰਹੇ, ਜਦੋਂ ਗੱਦੀਓਂ ਲੈ ਗਏ ਹੁਣ ਕਹਿੰਦੇ ਮੈਂ ਸਮਝੌਤਾ ਕਰਾਊਂਗਾ। ਇੱਥੇ ਹੀ ਪਤਾ ਲੱਗਦਾ ਗਾ ਕਿ ਕੈਪਟਨ ਸਾਹਿਬ ਪੰਜਾਬ ਵਿੱਚ ਬਤੌਰ ਬੀਜੇਪੀ ਦੇ ਮੁੱਖ ਮੰਤਰੀ ਕੰਮ ਕਰਦੇ ਸੀਗੇ ਔਰ ਬੀਜੇਪੀ ਦਾ ਪੱਖ ਪੂਰਦੇ ਸੀਗੇ। ਅੱਜ ਵੀ ਉਹ ਜੇਕਰ ਗੱਲ ਕਰ ਰਹੇ ਤਾਂ ਬੀਜੇਪੀ ਦੀ ਗੱਲ ਕਰ ਰਹੇ ਨੇਗੇ। ਸੋ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਤੋਂ ਵੋਟਾਂ ਲੈ ਕੇ ਕਾਂਗਰਸ ਪਾਰਟੀ ਨੇ, ਕੈਪਟਨ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਆਹ ਤਿੰਨੇ ਕਾਲੇ ਕਾਨੂੰਨ ਲੈ ਕੇ ਆਉਣ ਦੇ ਵਿੱਚ ਕੈਪਟਨ ਸਾਹਿਬ ਦਾ, ਅਕਾਲੀ ਦਲ, ਬੀਜੇਪੀ ਦਾ ਅਹਿਮ ਰੋਲ ਰਿਹਾਗਾ। ਹੁਣ ਜਿੰਨੇ ਮਰਜ਼ੀ ਡਰਾਮੇ ਕਰ ਲੈਣ, ਜੋ ਕੁਝ ਮਰਜ਼ੀ ਕਰ ਲੈਣ, ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੈਪਟਨ ਸਾਹਿਬ ਦਾ, ਕਾਂਗਰਸ ਪਾਰਟੀ ਦਾ, ਅਕਾਲੀ ਦਲ, ਬੀਜੇਪੀ ਦਾ ਮੋਹਰੀ ਰੋਲ ਰਿਹਾ। ਚੀਮਾ ਸਾਹਿਬ, ਮੇਰਾ ਲਾਸਟ ਕੁਐਸਚਨ ਹੈ, ਕੱਲ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ 2 ਦਿਨ ਦੇ ਦੌਰੇ ਤੇ ਪੰਜਾਬ ਵਿੱਚ ਆ ਰਹੇ ਨੇ, ਕੀ ਹੁਣ ਅਸੀਂ ਇਹ ਮੰਨੀਏ ਕਿ ਕੱਲ ਉਹ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰ ਦੇਣਗੇ? ਦੇਖੋ, ਕੱਲ ਅਰਵਿੰਦ ਕੇਜਰੀਵਾਲ ਜੀ ਪੰਜਾਬ 'ਚ ਆ ਰਹੇ ਨੇਗੇ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਔਰ ਪੰਜਾਬ ਵਿੱਚ ਖਾਸ ਤੌਰ 'ਤੇ ਵੱਧ ਰਹੀ ਆ। ਸੋ ਮੈਂ ਸਮਝਦਾ ਗਾ ਕੱਲ ਮਾਨਸਾ ਦੇ ਵਿੱਚ, ਬਠਿੰਡਾ ਦੇ ਵਿੱਚ ਆਉਣਗੇ ਔਰ ਆ ਕੇ ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ, ਆਪਣਾ ਵਪਾਰੀਆਂ ਨੂੰ, ਬਹੁਤ ਸਾਰੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਜੀ ਮਿਲਣਗੇ। ਸੋ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਲੋਕਾਂ ਨੂੰ ਸਮੇਂ-ਸਮੇਂ ਸਿਰ ਆ ਕੇ ਮਿਲਦੇ ਨੇਗੇ ਔਰ ਉਹਨਾਂ ਦੀ ਗੱਲ ਸੁਣਦੇ ਨੇ ਕਿ ਉਹਨਾਂ ਦੇ ਮਾਮਲਿਆਂ ਨੂੰ ਹੱਲ ਕਰਨ ਦੇ ਲਈ ਆਪਣਾ ਪ੍ਰੋਗਰਾਮ ਜਾਰੀ ਕਰਦੇ ਨੇ, ਪਾਰਟੀ ਦਾ ਪ੍ਰੋਗਰਾਮ ਜਾਰੀ ਕਰਦੇ ਨੇ, ਆਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਲੋਕਾਂ ਨੂੰ ਦੱਸਦੇ ਨੇ ਕਿ ਸੋ ਕੱਲ੍ਹ ਉਹਨਾਂ ਦਾ ਭਰਵਾਂ ਸਵਾਗਤ ਪੰਜਾਬ 'ਚ ਹੋਊਗਾ।
ਮੇਰਾ ਕੁਐਸਚਨ ਉਹ ਵਿੱਚ ਹੀ ਰਹਿ ਗਿਆ। ਲੋਕੀ ਬੜੀ ਆਸ ਲਗਾਈ ਬੈਠੇ ਨੇ ਔਰ ਕਈ ਵਾਰੀ ਗੱਲ ਹੋ ਗਈ, ਕਈ ਵਾਰੀ ਡੇਟਾਂ ਵੀ ਫਿਕਸ ਹੋ ਗਈਆਂ ਵੀ ਇਸ ਡੇਟ ਤੋਂ ਪਹਿਲਾਂ ਜਿਹੜੀ ਹੈ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਹੋ ਜਾਏਗਾ। ਜਿਹੜੀ ਲਾਸਟ ਡੇਟ ਫਿਕਸ ਹੋਈ ਸੀ ਉਹ 30 ਸਤੰਬਰ ਸੀਗੀ, ਹੁਣ ਤਾਂ 30 ਸਤੰਬਰ ਵੀ ਬੀਤ ਗਈ ਹੈ ਤੇ ਉਹ ਦੁਬਾਰਾ ਫਿਰ ਅਰਵਿੰਦ ਕੇਜਰੀਵਾਲ ਜਿਹੜੇ ਆ ਮਤਲਬ ਕਿ ਪੰਜਾਬ 'ਚ ਆ ਰਹੇ ਨੇ। ਸੋ ਲੱਗਦਾ ਵੀ ਕੱਲ ਉਹ ਮੁੱਖ ਮੰਤਰੀ ਦਾ ਚਿਹਰਾ ਕੱਲ ਅਨਾਉਂਸ ਕਰ ਦੇਣਗੇ। ਦੇਖੋ ਮੀਡੀਆ ਆਪਣੇ ਆਪ ਦੇ ਵਿੱਚ ਡੇਟਾ ਫਿਕਸ ਕਰ ਲੈਂਦਾ ਗਾ, ਆਪਣੇ ਆਪ ਵਿੱਚ ਤਰੀਕਾ ਤੈਅ ਕਰ ਲੈਂਦਾ ਕਿ ਫਲਾਣੀ ਤਰੀਕ ਨੂੰ ਆ ਹੋਊਗਾ, ਫਲਾਣੀ ਤਰੀਕ ਨੂੰ ਆਊਗਾ। ਆਮ ਆਦਮੀ ਪਾਰਟੀ ਨੇ ਕੋਈ ਵੀ ਡੇਟ ਫਿਕਸ ਨਹੀਂ ਕੀਤੀ, ਕੋਈ ਵੀ ਡੇਟ ਤੈਅ ਨਹੀਂ ਕੀਤੀ। ਬਿਲਕੁਲ ਸਮਾਂ ਆਉਣ ਤੇ, ਸਥਾਨ ਆਉਣ ਦੇ ਉੱਤੇ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੂਗੀ ਔਰ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਆਮ ਆਦਮੀ ਪਾਰਟੀ ਇਲੈਕਸ਼ਨ। ਇਹ ਸਨ ਹੁਣ ਤੱਕ ਦੇ ਕੁਝ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਜਾਂਦੇ ਜਾਂਦੇ ਇੱਕ ਨਜ਼ਰ ਪਾ ਲੈਣੇ ਅੱਜ ਦੀਆਂ ਕੁਝ ਖਾਸ ਖਬਰਾਂ ਤੇ। ਪ੍ਰਗਟ ਸਿੰਘ ਨੇ ਕੈਪਟਨ ਨੂੰ ਕੀਤਾ ਚੈਲੰਜ, ਕਿਹਾ ਸਿੱਧੂ ਨੂੰ ਛੱਡ ਮੇਰੇ ਖਿਲਾਫ ਲੜੋ ਚੋਣ। ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਬਣਾਈ ਕਮੇਟੀ। ਪੈਗਾਸਸ ਜਾਸੂਸੀ ਮਾਮਲੇ ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ, ਕਿਹਾ ਕੌਣ ਲੈ ਕੇ ਆਇਆ ਇਸ ਨੂੰ ਭਾਰਤ 'ਚ। ਕੈਪਟਨ ਦਾ ਸਿੱਧੂ ਤੇ ਪਲਟਵਾਰ, ਕਿਹਾ ਬੈਲਟ ਪੇਪਰ ਤੇ ਨਾ ਹੀ ਕਾਫੀ ਹੈ।